बड़ी हैरानी ਹੁੰਦੀ है कि जिस तरीके ਨਾਲ ਸਰਕਾਰੀ ਅਹੁਦਿਆਂ ਤੇ ਬੈਠੇ ਹੋਏ ਬੰਦੇ ਐ ਠੱਗੀਆਂ ਕਰਵਾਉਣ ਦੇ ਵਿੱਚ ਸਿੱਧੇ ਜਾਂ ਸਿੱਧੇ ਤੌਰ ਤੇ ਸ਼ਾਮਿਲ ਹੋ ਜਾਂਦੇ ਨੇ ਤੇ ਲੁੱਟ ਪੰਜਾਬ ਦੇ ਖਜ਼ਾਨੇ ਦੀ ਜਾਂ ਪੰਜਾਬ ਦੇ ਲੋਕਾਂ ਦੀ ਹੋ ਰਹੀ ਹੈ। ਤੇ ਅਸੀਂ ਕਹਿੰਦੇ ਸੀ ਉਦੋਂ ਵੀ ਕੰਜਰਾਂ ਕੋਲ ਵੀ ਪੈਸਾ ਹੁੰਦਾ ਤੇ ਹੁਣ ਜਿਹੜਾ ਜ਼ਮਾਨਾ ਬਦਲ ਗਿਆ ਪਿਛਲੇ 10 ਸਾਲ ਤੋਂ। ਹੁਣ ਤੁਸੀਂ ਅਮਰੂਦ ਬਾਗ ਸਕੈਮ ਤੇ ਦੇਖਿਆ ਕਿ ਅਫਸਰਾਂ ਦੀ ਪਤਨੀ ਦਾ ਨਾਮ ਆ ਗਿਆ। ਉਹ ਇਹ ਕਹਿਣਾ ਚਾਹੁੰਦਾ ਹਾਂਜੀ ਮੈਂ ਕੰਜਰ ਤੇ ਮੇਰੇ ਕੋਲ ਪੈਸਾ ਹੈਗਾ। ਪੁਰਾਣੀ ਸਰਕਾਰ ਨੇ ਜੋ ਕੀਤਾ ਪਰ ਨਵੀਂ ਸਰਕਾਰ ਦੇ ਵਿੱਚ ਮੈਨੂੰ ਲੱਗਦਾ ਕਿ ਮਹਿਕਮਾ ਵੀ ਭਗਵੰਤ ਮਾਨ ਤੋਂ ਹੈਗਾ। ਇਸ ਸਮੇਂ ਭਗਵੰਤ ਮਾਨ ਕੋਲ ਹੈ। ਸਾਨੂੰ ਵੀ ਉਮੀਦ ਸੀ ਕਿ ਲੋਹਾ ਗਰਮ ਸਿੰਘ ਅਮਰੂਦ ਬਾਗ ਸਕੈਮ ਕਰਕੇ ਅਸੀਂ ਵੀ ਇਹ ਤਾਂ ਹੀ ਫਿਰ ਸਾਰੀ ਇਨਵੈਸਟੀਗੇਸ਼ਨ ਤਾਂ ਹੀ ਅੱਗੇ ਲੈ ਕੇ ਗਏ। ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ 18 ਕਿੱਲੇ ਦੀ ਠੱਗੀ ਵੱਜ ਰਹੀ ਸੀ, ਠੱਗੀ ਦਾ ਬਹਾਨਾ ਲਾ ਕੇ ਜਾਂ ਠੱਗੀ ਦੀ ਉਦਾਹਰਨ ਦੇ ਕੇ ਇੱਕ ਹੋਰ ਠੱਗੀ ਮਾਰੀ। ਜ਼ਮੀਨ ਤੋਂ ਬਾਹਰ ਕਰ ਦਿੰਦੇ ਆ ਕਿਸਾਨ ਨੂੰ ਕਿ ਹੁਣ ਉਹ ਤੇ ਖੇਤੀ ਵੀ ਨਹੀਂ ਕਰ ਸਕਦਾ, ਪਸ਼ੂ ਤੇ ਚਾਰਾ ਨਹੀਂ ਬੀਜ ਸਕਦਾ। ਕਮਾਡਾ ਦੇ ਭ੍ਰਿਸ਼ਟ ਅਧਿਕਾਰੀ ਜਾਤ-ਪਾਤ ਦੇ ਨਾਂ ਤੇ ਵਿਤਕਰਾ ਕਰਦੇ ਆ। ਮੈਂ ਜਾਤ-ਪਾਤ ਨੂੰ ਨਹੀਂ ਮੰਨਦਾ। ਜਿੰਨੀਆਂ ਕਲੋਨੀਆਂ ਬਣੀਆਂ ਨਜਾਇਜ਼ ਖੁੰਭਾ ਜਿਸ ਤਰ੍ਹਾਂ ਉਹ ਗਮਾਡਾ ਅਧਿਕਾਰੀਆਂ ਨੇ ਰਿਸ਼ਵਤ ਲੈ ਕੇ ਬਣਾਈਆਂ। ਜਦੋਂ ਘਰ ਢਾਹੇ ਗਏ ਉਹਨਾਂ ਨੇ ਕਿਸੇ ਪੁਲਿਸ ਦਾ ਦਰਵਾਜ਼ਾ, ਸਰਕਾਰ ਦਾ ਦਰਵਾਜ਼ਾ ਕਿਸੇ ਤੱਕ ਪਹੁੰਚ ਨਹੀਂ ਕੀਤੀ। ਇੱਕ ਕਿਸਾਨ ਨੂੰ ਕਾਗਜ਼ ਦਾ ਟੁਕੜਾ ਫੜਾ ਦਿੰਦੇ LOI ਕਹਿੰਦੇ ਕਿ ਜਦੋਂ ਕਦੇ ਅਸੀਂ ਸੈਕਟਰ ਡਿਵੈਲਪ ਕਰਾਂਗੇ ਉਹਨੂੰ ਵੇਚ ਲੈ। ਮੈਨੂੰ ਲੱਗਦਾ ਕਿ ਜਿੱਦਾਂ ਸਾਬਕਾ ਸਰਕਾਰ ਰਹੀਆਂ ਉਹਨਾਂ ਦੇ ਵਿੱਚ ਤਾਂ ਰੱਜ ਕੇ ਫਿਰ ਮੰਨ ਲਈ ਕਿ ਭ੍ਰਿਸ਼ਟਾਚਾਰ ਹੋਇਆ, ਉਹਨਾਂ ਦੀ ਸ਼ਾਇਦ ਤੋਂ ਬਿਨਾਂ ਤਾਂ ਹੋਣਾ। ਮੇਰੇ ਪਿੰਡ ਦਾ ਧੱਕੇ ਨਾਲ ਕਨੈਕਸ਼ਨ ਬਲਵੀਰ ਸਿੱਧੂ ਨੇ ਕੋਲ ਖੜ ਕੇ ਜੜਵਾਇਆ ਤੇ DDPO ਨੂੰ ਦਬਕੇ ਮਾਰ ਕੇ ਤੇ ਐਕਸ਼ਨ ਦੇ ਨਾਲ ਹੋ ਕੇ ਐਤਵਾਰ ਦੀ ਗੱਲ ਹੈ ਜੜਵਾਇਆ ਨਜਾਇਜ਼ ਕਲੋਨੀ ਨੂੰ, ਕਿਉਂਕਿ ਵੋਟਾਂ ਲੈਣੀਆਂ। ਸਤਿ ਸ਼੍ਰੀ ਅਕਾਲ ਦੋਸਤੋ, ਨਿਊਜ਼ ਓਨਲੀ ਦੇਖ ਰਹੇ ਹੋ ਤੁਸੀਂ। ਇਸ ਵਕਤ ਤੁਹਾਡੇ ਨਾਲ ਤੁਹਾਡਾ ਆਪਣਾ ਦੋਸਤ ਹਰਦੀਪ ਸਿੰਘ ਭੋਗਲ। ਦੋਸਤੋ, ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਲੋਕਾਂ ਦੇ ਖਜ਼ਾਨੇ ਦੀ ਲੁੱਟ ਦੀਆਂ ਬਹੁਤ ਸਾਰੀਆਂ ਲਗਾਤਾਰ ਘਟਨਾਵਾਂ ਸਾਹਮਣੇ ਆ ਰਹੀਆਂ ਨੇ। ਬੜੀ ਹੈਰਾਨੀ ਇਸ ਗੱਲ ਦੀ ਵੀ ਹੁੰਦੀ ਹੈ ਕਿ ਜਿਹੜੇ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਹੋਏ ਲੋਕ ਨੇ ਉਹ ਵੀ ਲਗਾਤਾਰ ਆਪਣੇ ਅਹੁਦੇ ਦਾ ਗਲਤ ਇਸਤੇਮਾਲ ਕਰਦੇ ਹੋਏ ਲੋਕਾਂ ਦੇ ਨਾਲ ਠੱਗੀ ਕਰ ਰਹੇ ਨੇ। ਤੇ ਇਹ ਵੀ ਹੁੰਦਾ ਕਿ ਜਾਤ ਪਾਤ ਨੂੰ ਵੀ ਆਧਾਰ ਬਣਾਇਆ ਜਾਂਦਾ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦੇਖਣ ਵਾਲੀਆਂ ਨੇ। ਸਾਡੇ ਨਾਲ ਸਤਨਾਮ ਦਾਊ ਨੇ, ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜੇ ਲੋਕ ਇਸ ਤਰੀਕੇ ਨਾਲ ਸਰਕਾਰੀ ਅਹੁਦਿਆਂ 'ਤੇ ਰਹਿੰਦੇ ਹੋਏ ਠੱਗੀਆਂ ਕਰ ਰਹੇ ਨੇ ਜਾਂ ਲੋਕਾਂ ਦੇ ਪੈਸੇ ਦਾ ਦੁਰਵਰਤੋਂ ਕਰ ਰਹੇ ਨੇ ਜਾਂ ਫਿਰ ਹੋਰ ਵੀ ਜਿਹੜੇ ਲੋਕ ਜਿਹੜੇ ਇਹਨਾਂ ਨਾਲ ਰਲੇ ਹੁੰਦੇ ਨੇ ਉਹ ਧੋਖਾਧੜੀ ਕਰ ਰਹੇ ਨੇ, ਉਹਨਾਂ ਦੇ ਚਿਹਰੇ ਜਿਹੜੇ ਆ ਸਬੂਤਾਂ ਸਮੇਤ ਨਸ਼ਰ ਕਰਦੇ ਨੇ। ਦਾਊ ਸਾਹਿਬ, ਇੱਕ ਨਵਾਂ ਮਾਮਲਾ ਜਿਹੜਾ ਤੁਸੀਂ ਲੈ ਕੇ ਆਏ ਹੋ ਲੋਕਾਂ ਦੇ ਸਾਹਮਣੇ, ਮੈਨੂੰ ਲੱਗਦਾ ਕਿ ਬੜੀ ਹੈਰਾਨੀ ਹੁੰਦੀ ਹੈ ਕਿ ਜਿਸ ਤਰੀਕੇ ਨਾਲ ਸਰਕਾਰੀ ਅਹੁਦਿਆਂ 'ਤੇ ਬੈਠੇ ਹੋਏ ਬੰਦੇ ਐ ਠੱਗੀਆਂ ਕਰਵਾਉਣ ਦੇ ਵਿੱਚ ਸਿੱਧੇ ਜਾਂ ਸਿੱਧੇ ਤੌਰ ਤੇ ਸ਼ਾਮਿਲ ਹੋ ਜਾਂਦੇ ਨੇ ਤੇ ਲੁੱਟ ਪੰਜਾਬ ਦੇ ਖਜ਼ਾਨੇ ਦੀ ਜਾਂ ਪੰਜਾਬ ਦੇ ਲੋਕਾਂ ਦੀ ਹੋ ਰਹੀ ਹੈ। ਇਹ ਜਿਹੜਾ ਨਵਾਂ ਤੁਸੀਂ ਮਾਮਲਾ ਲੈ ਕੇ ਆਏ ਹੋ, ਇਹ ਤੁਹਾਡੇ ਨਜ਼ਰ 'ਚ ਕਿਵੇਂ ਆਇਆ ਤੇ ਫਿਰ ਤੁਸੀਂ ਲੋਕਾਂ ਤੱਕ ਕਿਵੇਂ ਲੈ ਕੇ ਆਏ? ਦੇਖੋ, ਜਦੋਂ ਮੈਨੂੰ ਲੱਗਦਾ ਨਾ ਤੋਂ ਜਦੋਂ ਮੈਂ ਬਚਪਨ ਦੇ ਵਿੱਚ ਸੁਣਦਾ ਸੀ ਨਾ, ਬੇਈਮਾਨ ਦੀ ਗਾਲ ਕੱਢਣੀ ਮਾਂ ਦੇ ਭੈਣ ਦੀ ਗਾਲ ਤੋਂ ਵੱਡੀ ਗਾਲ ਮੰਨੀ ਜਾਂਦੀ ਸੀ। ਤੇ ਅਸੀਂ ਕਹਿੰਦੇ ਸੀ ਉਦੋਂ ਵੀ ਕੰਜਰਾਂ ਕੋਲ ਵੀ ਪੈਸਾ ਹੁੰਦਾ। ਤੇ ਹੁਣ ਜਿਹੜਾ ਜ਼ਮਾਨਾ ਬਦਲ ਗਿਆ ਪਿਛਲੇ 10 ਸਾਲ ਤੋਂ, ਜੇ ਕਿਸੇ ਨੂੰ ਵੱਡੇ ਪੈਸੇ ਵਾਲੇ ਨੂੰ ਕੋਈ ਜਿਹਨੇ ਚੋਰੀਆਂ ਠੱਗੀਆਂ ਮਾਰੀ ਵਿੱਚ ਕੰਜਰਾਂ ਕੋਲ ਵੀ ਪੈਸਾ ਹੁੰਦਾ, ਅੱਗੇ ਤੋਂ ਜਵਾਬ ਹੁੰਦਾ ਹਾਂਜੀ ਕੰਜਰਾਂ ਕੋਲ ਹੀ ਹੁੰਦਾ। ਉਹ ਇਹ ਕਹਿਣਾ ਚਾਹੁੰਦਾ ਹਾਂਜੀ ਮੈਂ ਕੰਜਰ ਹਾਂ ਤੇ ਮੇਰੇ ਕੋਲ ਪੈਸਾ ਹੈਗਾ। ਤੇ ਹੁਣ ਬੇਈਮਾਨ ਦੀ ਗਾਲ ਕੋਈ ਗਾਲ ਨਹੀਂ ਰਹੀ। ਬੇਈਮਾਨ ਹੋਣਾ ਨਾ ਤਾਂ ਆਪਾਂ ਸ਼ਰਮਿੰਦਾ ਕਰਦੇ ਨਾ ਉਹ ਸ਼ਰਮ ਮੰਨਦੇ ਆ। ਇਸ ਕਰਕੇ ਲੋਕਾਂ ਦਾ ਹੌਸਲਾ ਖੁੱਲ੍ਹ ਗਿਆ, ਜਿੰਨੀ ਮਰਜ਼ੀ ਬੇਈਮਾਨੀ ਕਰ ਲਓ। ਜਿਹੜੀ ਰਹੀ ਅਫਸਰਸ਼ਾਹੀ ਨੂੰ ਇਹ ਲੱਗਿਆ ਪਿਛਲੀਆਂ ਸਰਕਾਰਾਂ ਦੇ ਸਮੇਂ ਕਿ ਸਾਡੇ ਦੇ ਖਿਲਾਫ ਕੋਈ ਐਕਸ਼ਨ ਹੋਣਾ ਹੀ ਨਹੀਂ। ਪਹਿਲਾਂ ਤਾਂ ਚੋਰੀ ਛਿਪੇ ਠੱਗੀਆਂ ਮਾਰਦੇ ਸੀ ਕਿਸੇ ਹੋਰ ਦੇ ਨਾਮ ਤੇ। ਹੁਣ ਤੁਸੀਂ ਅਮਰੂਦ ਬਾਗ ਸਕੈਮ ਤੇ ਦੇਖਿਆ ਕਿ ਅਫਸਰਾਂ ਦੀ ਪਤਨੀ ਦਾ ਨਾਮ ਆ ਗਿਆ। ਤੇ ਜਿਨ੍ਹਾਂ ਨੇ ਅਮਰੂਦ ਬਾਗ ਦਾ ਸਕੈਮ ਕੀਤਾ, ਜਦੋਂ ਅਸੀਂ ਅਮਰੂਦ ਬਾਗ ਸਕੈਮ ਦੀ ਆਪਣੇ ਪੱਧਰ ਤੇ ਇਨਵੈਸਟੀਗੇਸ਼ਨ ਸਾਡੀ ਟੀਮ ਕਰ ਰਹੀ ਸੀ, ਉਦੋਂ ਇਹ ਮਾਮਲਾ ਸਾਡੇ ਧਿਆਨ 'ਚ ਆਇਆ, ਸਬੂਤ ਇਕੱਠੇ ਕਰ ਰਹੇ ਸੀਗੇ। ਹੁਣ ਦੂਜਾ ਜਿਹੜਾ ਮਾਮਲਾ ਹੈਗਾ ਕਿ ਜਦੋਂ ਅਮਰੂਦਾਂ ਦੇ ਬਾਗਾਂ ਦੇ ਸਕੈਮ ਦੇ ਨਾਂ 'ਤੇ ਪੰਜਾਬ ਦੇ ਲੋਕਾਂ ਨੂੰ ਤੇ ਖਜ਼ਾਨੇ ਨੂੰ ਲੁੱਟਣਾ ਸੀ, ਉਦੋਂ ਹੀ ਜ਼ਮੀਨਾਂ ਦੇ ਨਾਂ 'ਤੇ ਵੀ ਲੁੱਟਿਆ ਗਿਆ। ਹੁਣ ਜ਼ਮੀਨਾਂ ਦੇ ਨਾਲ ਲੁੱਟਣ ਦਾ ਢੰਗ ਕੀ ਹੈ ਕਿ ਇੱਕ ਕਿੱਲੇ 'ਚ ਹੁੰਦੇ ਆ 4840 ਗਜ। ਤੇ ਗਮਾਡਾ ਜਦੋਂ ਕਿਸੇ ਕਿਸਾਨ ਦੀ ਜ਼ਮੀਨ ਲੈਂਦਾ ਸੈਕਟਰ ਡਿਵੈਲਪ ਕਰਨ ਲਈ, ਉਹ 4840 ਗਜ ਚੋਂ 1200 ਗਜ ਕਿਸਾਨ ਨੂੰ ਦੇ ਦਿੰਦਾ ਕੀਮਤ ਵਜੋਂ ਕਿ ਅਸੀਂ ਸੈਕਟਰ ਡਿਵੈਲਪ ਕਰਾਂਗੇ, 1200 ਗਜ ਜ਼ਮੀਨ ਤੂੰ ਵੇਚ ਭਾਵੇਂ ਆਪ ਰਹਿ। 1200 ਗਜ ਕੀ ਕਰ ਸਕਦਾ ਕਿਸਾਨ? 200 ਗਜ ਦਾ ਕਮਰਸ਼ੀਅਲ ਕੋਈ ਸ਼ੋਰੂਮ ਬਣਾ ਸਕਦਾ, 500 ਗਜ ਦਾ ਇੱਕ ਪਲਾਟ, 200 ਗਜ ਦਾ ਇੱਕ ਪਲਾਟ ਤੇ 300 ਗਜ ਦਾ ਇੱਕ ਪਲਾਟ, 1200 ਗਜ ਪਲਾਟ ਨਾਲ ਤੂੰ ਵੇਚ ਸਕਦਾ। ਹੁਣ ਗਮਾਡਾ ਵਾਲੇ ਕੀ ਕਰਦੇ? ਸਰਕਾਰ ਦੀ ਗਲਤ ਨੀਤੀ ਆ। ਇੱਕ ਕਿਸਾਨ ਨੂੰ ਕਾਗਜ਼ ਦਾ ਟੁਕੜਾ ਫੜਾ ਦਿੰਦੇ LOI ਕਹਿੰਦੇ ਕਿ ਜਦੋਂ ਕਦੇ ਅਸੀਂ ਸੈਕਟਰ ਡਿਵੈਲਪ ਕਰਾਂਗੇ ਉਹਨੂੰ ਵੇਚ ਲੈ। ਨਾਲ ਲੱਗਦੀ ਸਰਕਾਰ ਨੂੰ ਜ਼ਮੀਨ ਤੋਂ ਬਾਹਰ ਕਰ ਦਿੰਦੇ ਆ ਕਿਸਾਨ ਨੂੰ ਕਿ ਹੁਣ ਤੂੰ ਇੱਥੇ ਖੇਤੀ ਵੀ ਨਹੀਂ ਕਰ ਸਕਦਾ, ਪਸ਼ੂ ਤੇ ਚਾਰਾ ਨਹੀਂ ਬੀਜ ਸਕਦਾ। ਤੇ ਕਿਸਾਨ ਤਾਂ ਵਿਚਾਰਾ ਬੇਰੁਜ਼ਗਾਰ ਹੋ ਗਿਆ। ਜਿਹੜਾ ਬਿਲਕੁਲ ਗਰੀਬ ਬੰਦਾ ਹੈਗਾ, ਕੋਈ SC BC ਜਿਹੜਾ ਡੰਗਰਾਂ ਦਾ, ਕੋਈ ਪਸ਼ੂਆਂ ਦਾ, ਕੋਈ ਬੱਕਰੀਆਂ ਦਾ ਕੰਮ ਕਰਦਾ ਸੀ, ਉਹ ਵੀ ਵਿਚਾਰਾ ਬੇਕਾਰ ਹੋ ਗਿਆ। ਤੇ ਹੁਣ ਗਮਾਡਾ ਵਾਲੇ ਨੇ ਕੀ ਕੀਤਾ? ਕਿਸਾਨ ਨਾਲ ਤਾਂ ਇਸ ਤਰੀਕੇ ਨਾਲ ਹੁੰਦਾ, ਪਰ ਉਸੇ ਬਾਕਰਪੁਰ ਪਿੰਡ ਜਿੱਥੇ ਅਮਰੂਦਾਂ ਦੇ ਬਾਗ ਲੱਗੇ ਸੀ, ਉਹਨਾਂ ਹੀ ਬੰਦਿਆਂ ਜਿਹਨੇ ਮੁਆਵਜ਼ੇ ਲਏ, ਕੋਈ ਸਰਕਾਰ ਨਾਲ ਤਾਂ ਪਹਿਲੇ ਮਿਲੇ ਹੋਏ ਸੀ, ਅਫਸਰਾਂ ਨਾਲ ਪਹਿਲੇ ਮਿਲੇ ਹੋਏ ਸੀ, 18 ਕਿੱਲੇ ਉਹਨਾਂ ਨੂੰ ਛੱਡ ਦਿੱਤੇ। ਮਤਲਬ ਉਹਨਾਂ ਦਾ LOI ਗਮਾਡਾ ਦੇ ਨਕਸ਼ੇ ਤੋਂ ਬਾਹਰ ਕਰਤਾ। ਐਟਰੋਪੋਲਿਸ ਪ੍ਰੋਜੈਕਟ ਦਾ ਨਕਸ਼ਾ ਸੀਗਾ, ਸੜਕਾਂ ਬਣੀਆਂ ਹੋਈਆਂ ਸੀ, ਚੌਂਕ ਬਣਨੇ ਸੀ ਉੱਥੇ, ਉਹਨਾਂ ਨੂੰ ਲਾਭ ਦੇਣ ਵਾਸਤੇ 18 ਕਿੱਲੇ ਛੱਡ ਦਿੱਤੇ। 18 ਕਿੱਲੇ ਛੱਡ ਦਿੱਤੇ ਮਤਲਬ ਇੱਕ ਕਿੱਲੇ ਦੇ ਪਿੱਛੇ 3600 ਗਜ਼ ਦਾ ਸਰਕਾਰ ਨੂੰ ਨੁਕਸਾਨ ਹੋ ਗਿਆ।
ਤੇ ਠੱਗ ਨੂੰ ਕੀ ਮਿਲਿਆ? ਕਿਸਾਨ ਨੂੰ ਤਾਂ ਮਿਲਦੇ ਜੀ 1200 ਗਜ, ਠੱਗ ਨੂੰ ਮਿਲ ਗਏ 1 ਕਿੱਲੇ 'ਚ 4840 ਗਜ। ਤੇ ਫਿਰ ਚੰਡੀਗੜ੍ਹ ਜਿਹੜਾ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਅਰਪੋਰਟ ਆ ਉਹਦੇ ਦਰਵਾਜ਼ੇ ਤੇ ਕਿਸੇ ਕੋਲ 1 ਕਿੱਲਾ ਜ਼ਮੀਨ ਹੋਏ ਉਹਦਾ ਖਰਬਪਤੀ ਬਣ ਗਿਆ। ਤੇ ਜੇ ਉਹੀ ਸਰਕਾਰ ਕੋਲ ਹੋਏ ਫਿਰ ਸਰਕਾਰ ਉੱਥੇ ਕੁਝ ਵੀ ਕਰ ਸਕਦੀ ਹੈ। 18 ਕਿੱਲੇ ਛੱਡ ਦਿੱਤੇ ਗਏ। ਜਦੋਂ 18 ਕਿੱਲੇ ਛੱਡ ਦਿੱਤੇ ਫਿਰ ਅਫਸਰਾਂ ਨੇ ਇੱਕ ਬੰਦੇ ਨੂੰ ਹੋਰ ਕਿਹਾ ਯਾਰ ਤੂੰ ਵੀ ਛੁਡਵਾ ਲੈ। ਵਿੱਚ ਤੇ ਕਹਿਦਾ ਉਹਦੀ ਸੌਦੇਬਾਜ਼ੀ ਨਹੀਂ ਹੋਈ, ਉਹ ਹਾਈ ਕੋਰਟ ਚਲਾ ਗਿਆ। 4 ਬੰਦੇ ਹਾਈ ਕੋਰਟ ਚਲੇ ਗਏ ਕਿ ਜੇ ਉਹ 18 ਕਿੱਲੇ ਛੱਡੇ ਆ ਅਮਰੂਦ ਬਾਗ ਸਕੈਮ ਵਾਲਿਆਂ ਨੂੰ, ਸਾਡੇ 23 ਕਿੱਲੇ ਵੀ ਛੱਡੋ। ਹੁਣ ਅਫਸਰ ਮਿਲੇ ਹੋਏ ਸੀ, ਸਰਕਾਰੀ ਵਕੀਲ ਮਿਲੇ ਹੋਏ ਸੀ, ਸਟੇਟਸ ਕੋ ਹੋ ਗਿਆ। ਹੁਣ 23 ਕਿੱਲੇ ਉਹਦੇ ਹੋ ਗਏ। ਯਾਨੀ ਕਿ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਇੱਕ ਪਾਸੇ 18 ਕਿੱਲੇ ਦੀ ਠੱਗੀ ਵੱਜ ਰਹੀ ਸੀ, ਠੱਗੀ ਦਾ ਬਹਾਨਾ ਲਾ ਕੇ ਜਾਂ ਠੱਗੀ ਦੀ ਉਦਾਹਰਣ ਦੇ ਕੇ ਇੱਕ ਹੋਰ ਠੱਗੀ ਮਾਰੀ। ਹਾਂਜੀ, ਹੋਰ ਠੱਗੀ ਮਾਰੀ ਗਈ। ਮੈਂ ਤੁਹਾਨੂੰ ਸ਼ੇਅਰ ਵੀ ਕਰ ਰਿਹਾ ਪੋਸਟਰ। 23.5 ਕਿੱਲੇ ਹੋ ਗਏ। ਜਦੋਂ 23.5 ਕਿੱਲੇ ਹੋ ਗਏ ਤੇ 18 ਕਿੱਲੇ ਹੋ ਗਏ, ਫਿਰ ਇੱਕ ਬੀਜੇਪੀ ਦਾ ਵੱਡਾ ਨੇਤਾ, ਸਿੱਖ ਨੇਤਾ ਦਿੱਲੀ ਦਾ, ਉਹਦਾ ਨਾਮ ਮੈਂ ਨਹੀਂ ਦੱਸਦਾ, ਜੇ ਕਹੋਗੇ ਤਾਂ ਦੇਖ ਲਾਂਗੇ। ਉਹਦੇ ਆਪਣੇ ਬੰਦੇ ਦਾ ਨਾਮ ਇੱਕ ਪੱਤਰਕਾਰ ਵੀਰ ਨੇ ਪੁੱਛਿਆ, ਉਹਨੂੰ ਪੁੱਛਿਆ ਨੇ ਵੀ ਤੇਰੀ ਜ਼ਮੀਨ ਹੈ? ਕਹਿੰਦਾ ਹਾਂਜੀ। ਉਸ ਨੇਤਾ ਨੂੰ, ਸਿੱਖ ਨੇਤਾ ਨੂੰ 23.5 ਕਿੱਲੇ ਬਿਲਕੁਲ ਇੰਟਰਨੈਸ਼ਨਲ 에ਅਰਪੋਰਟ ਦੇ ਗੇਟ ਤੋਂ ਅੱਧਾ ਕਿਲੋਮੀਟਰ ਪਹਿਲਾਂ ਹਾਈਵੇ ਦੇ ਉੱਤੇ ਦਿੱਤੇ ਗਏ। ਤੇ ਰੌਲਾ ਪਾਇਆ, ਇਹ ਹੈ ਰੌਲਾ ਕੋਈ ਉਹਨੇ 5 ਸਟਾਰ ਹੋਟਲ ਬਣਾਉਣਾ। ਹੁਣ ਜੇ ਕਿ ਸਿਰਫ ਬਾਕਰਪੁਰ ਪਿੰਡ ਦੇ ਵਿੱਚ ਜਿੱਥੇ ਐਟਰੋਪੋਲਿਸ ਪ੍ਰੋਜੈਕਟ ਹੈ, ਜਿੱਥੇ ਅਮਰੂਦਾਂ ਦੇ ਬਾਗਾਂ ਦਾ ਸਕੈਮ ਹੋਇਆ, ਉਸ ਪਿੰਡ ਦੇ ਵਿੱਚ 60 ਕਿੱਲੇ ਜ਼ਮੀਨ ਜੇ ਰਸੂਖਦਾਰਾਂ ਨੂੰ ਛੱਡ ਦੇਣੀ ਹੈ, ਤੂੰ ਹੋਟਲ ਬਣਾ ਲੈ ਤੇ ਕਮਰਸ਼ੀਅਲ ਕੰਪਲੈਕਸ ਬਣਾ ਲੈ, ਤਾਂ ਫਿਰ ਕਿਸਾਨ 1200 ਗਜ ਕਿਉਂ ਦੇ? ਹੁਣ ਅਸੀਂ ਇਹ ਮੰਗ ਕੀਤੀ ਪੰਜਾਬ ਸਰਕਾਰ ਕੋਲੋਂ। ਅਸੀਂ ਅਪ੍ਰੈਲ 'ਚ ਪਿੰਡ ਦੇ ਕਿਸਾਨਾਂ ਕੋਲ ਮੈਂ ਸ਼ਿਕਾਇਤ ਕਰਵਾ ਦਿੱਤੀ ਸੀ। ਮਈ ਦੇ ਵਿੱਚ ਮੈਂ ਬਾਕਰਪੁਰ ਤੋਂ ਬਾਹਰ ਹੋਰ ਪਾਸੇ ਵੀ ਲੈ ਗਏ ਸਾਰੀ ਗੱਲ ਨੂੰ। ਅਸੀਂ ਵੀਡੀਓ 'ਚ ਬਣਾਈ ਵੀ ਹੋਰ ਕਿੱਥੇ ਕਿੱਥੇ ਇੱਦਾਂ ਛੱਡੀਆਂ ਹੋਈਆਂ ਜ਼ਮੀਨਾਂ। ਤੇ ਜਿਹੜਾ ਡਿਸਟ੍ਰਿਕਟ ਕੋਰਟ ਕੰਪਲੈਕਸ ਮੋਹਾਲੀ ਦਾ ਹੈਗਾ, ਉਥੋਂ ਥੋੜ੍ਹਾ ਜਿਹਾ ਪਹਿਲੇ ਸੱਜੇ ਪਾਸੇ ਜ਼ਮੀਨ ਛੱਡੀ ਹੋਈ ਹੈ, 99 ਜਾਂ 90 ਸੈਕਟਰ ਬਣਦਾ, ਅਤੇ ਕੋਠੀ ਇੱਕ ਪੁਰਾਣੀ ਜੀ ਬਣੀ ਹੈ, ਮੱਝਾਂ ਬੰਨੀਆਂ ਹੋਈਆਂ, ਉਹ ਜ਼ਮੀਨ ਵੀ ਇਸ ਤਰ੍ਹਾਂ ਛੱਡੀ ਹੋਈ ਹੈ। ਉੱਥੇ ਡਿਸਟ੍ਰਿਕਟ ਕੋਰਟ ਕੰਪਲੈਕਸ ਦੇ ਨਾਲ ਪਿੰਡ ਲਖਨੌਰ ਹੈ, ਉਹਦੀ ਬੈਕ ਸਾਈਡ ਦੇ ਉੱਤੇ ਕੁਛ ਏਕੜ ਜ਼ਮੀਨ ਛੱਡੀ ਹੋਈ ਹੈ। ਅੱਗੇ ਹੋਰ ਅੱਗੇ ਨਿਕਲ ਕੇ ਲਾਂਡਰਾਂ ਨੂੰ ਟੱਚ ਕਰਦੀ ਚੰਡੀਗੜ੍ਹ ਗਰੁੱਪ ਆਫ ਕਾਲਜ ਦੇ ਪਿੱਛੇ ਉੱਥੇ ਸੜਕ ਵਿੱਚ ਵਿਚਾਲੇ ਬਣੀ ਹੋਈ ਹੈ। ਬਣੀ ਹੋਈ ਸੜਕ ਕੁਛ ਏਕੜ ਨਹੀਂ ਬਣੀ ਹੋਈ ਕਿਉਂਕਿ ਉਹ ਕਿਸਾਨ ਦੀ ਜ਼ਮੀਨ ਛੱਡੀ ਹੋਈ ਹੈ, ਜਾਂ ਛੱਡੀ ਹੋਈ ਹੈ ਜਾਂ ਕੋਰਟ ਕੇਸ ਚੱਲਦੇ ਆ। ਇਸ ਤਰੀਕੇ ਨਾਲ ਸ਼ਹਿਰਾਂ ਦੇ ਨਕਸ਼ੇ ਵਿਗੜ ਗਏ ਮੋਹਾਲੀ ਦੇ, ਤੇ ਲੋਕਾਂ ਦੀ ਜ਼ਮੀਨਾਂ ਪਈਆਂ, ਤੇ ਉਹਦੇ ਦਿਨ ਪ੍ਰਤੀ ਦਿਨ ਰੇਟ ਵੱਧਦੇ ਆ। ਜੇ ਕਿਸੇ ਬੀਜੇਪੀ ਦੇ ਨੇਤਾ ਹੋਟਲ ਬਣਾਉਣ ਵਾਲੀ ਜ਼ਮੀਨ ਛੁਡਵਾ ਸਕਦਾ ਤਾਂ ਉਹਨਾਂ ਨੇ ਵੀ ਛੁਡਵਾ ਲਈ। ਤੇ ਹੁਣ ਇਹ ਹੈਗਾ ਕਿਸਾਨਾਂ ਨਾਲ ਸਿੱਧਾ ਹੀ ਧੱਕਾ ਵੀ 1200 ਗਜ ਕਿਉਂ ਕਿਸਾਨ ਨੂੰ ਤੇ ਸਰਮਾਏਦਾਰਾਂ ਨੂੰ, ਰਸੂਖਦਾਰਾਂ ਨੂੰ 4800 ਗਜ ਕਿਉਂ? ਇੱਕ ਤਾਂ ਇਹ ਹੈ। ਅਸੀਂ ਸਰਕਾਰ ਤੋਂ ਮੰਗ ਕੀਤੀ ਰੱਦ ਕਰੋ ਇਹਨਾਂ ਦੀ, ਜਾਂ ਫਿਰ ਆਪਣੇ ਪ੍ਰੋਜੈਕਟ ਕੈਂਸਲ ਕਰਕੇ ਸਰਕਾਰਾਂ ਨੂੰ ਜ਼ਮੀਨਾਂ ਵਾਪਸ ਕਰੋ। ਪੁਰਾਣੀ ਸਰਕਾਰ ਨੇ ਜੋ ਕੀਤਾ, ਪਰ ਨਵੀਂ ਸਰਕਾਰ ਦੇ ਵਿੱਚ ਮੈਨੂੰ ਲੱਗਦਾ ਕਿ ਮਹਿਕਮਾ ਵੀ ਭਗਵੰਤ ਮਾਨ ਤੋਂ ਹੈਗਾ, ਤੇ ਉਹ ਸਿੱਧੇ ਤੌਰ ਤੇ ਜ਼ਿਕਰ ਕਰਦੇ ਨੇ ਕਿ ਇਮਾਨਦਾਰੀ ਸਾਡੀ ਪ੍ਰੈਫਰੈਂਸ ਹੈਗੀ ਹੈ, ਤੇ ਇਸ ਤਰੀਕੇ ਨਾਲ ਮੈਨੂੰ ਲੱਗਦਾ ਕਿ ਮਾਮਲਾ ਛੇਤੀ ਹੱਲ ਹੋਣਾ। ਜੀ ਦੇਖੋ, ਜਿਹੜਾ ਗਮਾਡਾ ਦਾ ਚੇਅਰਪਰਸਨ ਹੈ ਹਮੇਸ਼ਾ ਹੀ ਮੁੱਖ ਮੰਤਰੀ ਹੁੰਦਾ, ਤੇ ਵਿੱਚ ਵਿਚਾਲੇ ਕਦੇ ਕੋਈ ਮਾੜਾ ਮੋਟਾ ਮੰਤਰੀ ਆ ਗਿਆ ਥੋੜੇ ਟਾਈਮ ਲਈ। ਇਸ ਸਮੇਂ ਭਗਵੰਤ ਮਾਨ ਕੋਲ ਹੈ। ਸਾਨੂੰ ਵੀ ਉਮੀਦ ਸੀ ਕਿ ਲੋਹਾ ਗਰਮ ਸੀਗਾ ਅਮਰੂਦ ਬਾਗ ਸਕੈਮ ਕਰਕੇ, ਅਸੀਂ ਵੀ ਇਹ ਤਾਂ ਹੀ ਫਿਰ ਸਾਰੀ ਇਨਵੈਸਟੀਗੇਸ਼ਨ ਦਾ ਤਾਂ ਹੀ ਅੱਗੇ ਲੈ ਕੇ ਗਏ, ਤੇ ਹੁਣ ਮੀਡੀਆ 'ਚ ਲੈ ਕੇ ਗਏ ਵੀ ਸਰਕਾਰ ਤੇ ਐਕਸ਼ਨ ਲਏ। ਵੈਸੇ ਭਗਵੰਤ ਮਾਨ ਤੱਕ ਸਿੱਧੇ ਤੌਰ ਤੇ ਪਹੁੰਚਾਇਆ ਮਾਮਲਾ? ਅਸੀਂ ਈਮੇਲ ਕਰਦੇ ਹੁੰਦੇ ਹਾਂ, ਭਗਵੰਤ ਮਾਨ ਨੂੰ ਵੀ ਕਰਦੇ ਹੁੰਦੇ ਹਾਂ, ਉਹਦੇ ਬੰਦਿਆਂ ਨੂੰ ਵੀ ਦੇ ਦਿੰਦੇ ਹੁੰਦੇ, ਪਰਸਨਲੀ ਵੀ ਯਾਦ ਕਰਵਾ ਦਿੰਦੇ, ਸੀਐਮ ਚੀਫ ਸੈਕਟਰੀ ਨੂੰ ਕਰ ਦਿੰਦੇ ਹਾਂ, ਗਮਾਡਾ ਨੂੰ ਕਰਦੇ, ਜਿੰਨੇ ਵੀ IAS ਆਫਿਸਰ ਹੈ ਸੰਬੰਧਿਤ ਸਭ ਨੂੰ ਅਸੀਂ ਕਰ ਦਿੰਦੇ ਹਾਂ। ਮਾਮਲਾ ਤਾਂ ਧਿਆਨ 'ਚ ਉਹਨਾਂ ਦੇ ਹੈਗਾ ਹੈ, ਠੀਕ ਹੈ। ਹੁਣ ਇਹ ਕੀ ਇਕੱਲਾ ਬਾਕਰਪੁਰ ਪਿੰਡ ਦਾ, ਹੋਰ ਮੈਂ ਤੁਹਾਨੂੰ ਦੱਸ ਚੁੱਕਾ ਕੁਝ ਪਿੰਡ ਹੋਰ। ਇੱਕ ਤਾਂ ਮਾਮਲਾ ਇਹ ਹੈ ਗਮਾਡਾ ਦਾ, ਦੂਜਾ ਗਮਾਡਾ ਦੇ ਭ੍ਰਿਸ਼ਟ ਅਧਿਕਾਰੀ ਜਾਤਪਾਤ ਦੇ ਨਾਂ 'ਤੇ ਵਿਤਕਰਾ ਕਰਦੇ ਆ। ਮੈਂ ਜਾਤਪਾਤ ਨੂੰ ਨਹੀਂ ਮੰਨਦਾ। ਜਾਤਪਾਤ ਦੇ ਨਾਂ 'ਤੇ ਵਿਤਕਰਾ ਮਤਲਬ ਜਾਤਪਾਤ ਦੇ ਨਾਂ 'ਤੇ ਕੁਝ ਗਰੀਬ ਲੋਕ ਹੈ। ਗਰੀਬ ਕਿਹੜੇ? ਜਿਹਨਾਂ ਕੋਲ ਜ਼ਮੀਨ ਹੈ ਨਹੀਂ, ਬਿਲਕੁਲ ਜ਼ਮੀਨ ਹੈ ਨਹੀਂ। ਉਹ ਕੌਣ ਲੋਕ ਹੈ? ਜਿਹੜੇ ਦਲਿਤ ਹੈ, ਜਾਂ ਫਿਰ ਉਹ ਬੈਕਵਰਡ ਕਲਾਸਿਸ ਆ। ਉਹਨਾਂ ਕੋਲ ਵਿਚਾਰ ਕੋਈ ਇੱਕ ਅੱਧਾ ਬਾੜਾ ਹੁੰਦਾ, ਕੋਈ ਉੱਥੇ ਇੱਕ ਅੱਧੇ ਬੱਕਰੀ ਰੱਖੀ ਹੁੰਦੀ, ਕੋਈ ਮੱਝ ਰੱਖੀ ਹੁੰਦੀ, ਜਾਂ ਉਹ ਦਿਹਾੜੀ ਦੂੜੀ ਕਰਦੇ ਹੁੰਦੇ। ਤੇ 32 ਉਸਾਰੀਆਂ, 32 ਘਰ ਲੋਕਾਂ ਦੇ ਬਾਕਰਪੁਰ ਪਿੰਡ ਦੀ, ਜਿੱਥੇ 18 ਕਿੱਲੇ ਜ਼ਮੀਨ ਛੱਡੇ ਆ ਰਸੂਖਦਾਰਾਂ ਨੂੰ, ਉੱਥੇ 32 ਘਰ ਬਣੇ ਹੋਏ ਸੀ ਲੋਕਾਂ ਦੇ ਹੋਰਾਂ ਦੇ। ਉਹਨਾਂ ਨੇ 2006 ਦੇ ਵਿੱਚ ਗਮਾਡਾ ਨੇ ਕਿਹਾ, ਉੱਥੇ ਤਾਂ ਯੂਥ ਕਲੱਬ ਹੈ, ਉੱਥੇ ਦਾ ਮੁੰਡਾ ਗੁਰਮੀਤ ਪ੍ਰਧਾਨ ਹੈ, ਯੂਥ ਕਲੱਬ ਵਾਲਿਆਂ ਨੇ ਪੈਰਵੀ ਕਰਨੀ ਸ਼ੁਰੂ ਕਰਤੀ ਵੀ 32 ਉਸਾਰੀਆਂ ਨੂੰ ਛੱਡੋ, ਤੇ ਉਹ ਐਸੀ ਆ ਮੁੰਡਾ। ਜਦੋਂ 32 ਉਸਾਰੀਆਂ ਦੀ ਲਿਸਟ ਬਣ ਗਈ, ਪੈਸੇ ਜਮ੍ਹਾਂ ਕਰਵਾਏ, ਤੇ ਕਰੋਨਾ ਕਾਲ ਸਨ 2020-21 ਦੇ ਵਿੱਚ ਉਹਨਾਂ 32 ਉਸਾਰੀਆਂ 'ਚੋਂ 7 ਘਰ ਤੋੜੇ ਗਏ। 7 ਘਰ ਕਿਹਦੇ ਤੋੜੇ ਗਏ? ਉਹ ਲਿਸਟ ਮੈਂ ਤੁਹਾਨੂੰ ਦੇ ਰਿਹਾ। ਉਹਦੇ 'ਚ S ਪਾਇਆ, ਉਹ ਹੈਗਾ ਸ਼ਡਿਊਲ ਕਾਸਟ ਦਾ, B ਪਾਇਆ ਹੈਗਾ ਬੈਕਵਰਡ ਕਲਾਸਿਸ ਦਾ। ਹੁਣ ਜਾਤਪਾਤ ਦੇ ਨਾਂ 'ਤੇ ਵਿਤਕਰਾ, ਜਾਤਪਾਤ ਨਾਲੋਂ ਭੱਦਾ ਕਲੰਕੀ, ਉਹ ਵਿਚਾਰੇ ਗਰੀਬ ਹੈ। ਉਹਨਾਂ ਕੋਲ ਅਮਰੂਦ ਬਾਗ ਸਕੈਮ ਦਾ ਪੈਸਾ ਨਹੀਂ ਹੈ, ਕਿਉਂਕਿ ਉਹਨਾਂ ਨੇ ਜ਼ਮੀਨਾਂ ਠੇਕੇ ਤੇ ਨਹੀਂ ਲਈਆਂ ਇਹਨਾਂ ਨਾਲ ਮਿਲ ਕੇ। ਉਹਦੇ ਕੋਲ 1 ਏਕੜ 2 ਏਕੜ ਜ਼ਮੀਨ ਹੈ ਨਹੀਂ ਵਿਚਾਰੇ ਕੋਲੇ, ਉਹਨੂੰ LOI ਨਹੀਂ ਮਿਲਣੀ, ਉਹ ਆਪਣੀ ਜਿਹੜਾ ਲੈਟਰ ਹੈ ਗਮਾਡਾ ਤੋਂ ਵੇਚ ਨਹੀਂ ਸਕਿਆ, ਉਹਦੇ ਕੋਲ ਪੈਸੇ ਹੈ ਨਹੀਂ ਗਮਾਡਾ ਦੇ ਅਧਿਕਾਰੀ ਨੂੰ ਦੇਣ ਕਰਕੇ। ਇਸ ਕਰਕੇ ਜਾਤ ਪਾਤ ਦਾ ਕੋਡ ਸੀ ਕਿ ਉਹਦੇ ਕੋਲ ਜ਼ਮੀਨ ਹੈ ਨਹੀਂ, ਜ਼ਮੀਨ ਨਾ ਹੋਣ ਕਰਕੇ ਉਹ ਰਿਸ਼ਵਤ ਨਹੀਂ ਦੇ ਸਕਿਆ। ਗਮਾਡਾ ਵਾਲਿਆਂ ਨੇ ਆਪਣੇ ਬਾਵਾ ਖੱਟੇ ਹੁੰਦੇ ਕਿ ਨਜਾਇਜ਼ ਸਾਰੇ ਤੇ ਅਸੀਂ ਪੀਲਾ ਪੰਜਾ ਫੇਰ ਰਹੇ ਹਾਂ, ਤੇ ਬਣੇ ਬਣਾਏ ਜਿਹੜੇ ਉਹਨਾਂ ਦੇ ਘਰ ਸੀਗੇ ਉਹ ਢਾਹ 7 ਘਰ ਤੋੜੇ ਆ 32 ਦੇ ਵਿੱਚੋਂ। ਉਹ ਲਿਸਟ ਤੁਸੀਂ ਦੇਖੋ, ਉਹ 'ਚੋਂ ਜੇ ਮੈਂ ਗਮਾਡਾ ਵਾਲੇ ਕਹਿੰਦੇ ਝੂਠ ਹੈ, ਲਿਆ ਮੈਨੂੰ ਹੁਣ 8ਵਾਂ ਘਰ ਦਿਖਾਓ ਕਿਹੜੇ ਜਨਰਲ ਕੈਟਾਗਰੀ ਦਾ, ਉਹ 7 ਘਰ ਉਜਾੜੇ। 7 ਘਰ 3 ਘਰ ਅਜਿਹੇ ਹੈ
ਜਿਨ੍ਹਾਂ ਕੋਲ 1 ਇੰਚ ਵੀ ਜ਼ਮੀਨ ਹੁਣ ਬਾਕਰਪੁਰ ਪਿੰਡ 'ਚ ਹੈ ਨਹੀਂ, ਹੋਰ ਪਿੰਡਾਂ 'ਚ ਕੋਈ ਡੇਰਾਬੱਸੀ ਚਲਾ ਗਿਆ 30 ਕਿਲੋਮੀਟਰ ਦੂਰ, ਕਿਤੇ ਹੋਰ ਚਲਾ ਗਿਆ, ਕੋਈ ਰਿਸ਼ਤੇਦਾਰ ਕੋਲ ਚਲਾ ਗਿਆ, ਕੋਈ ਵਿਚਾਰਾ ਕਿਰਾਏ ਤੇ ਰਹਿ ਰਿਹਾ, ਉਹਨਾਂ ਕੋਲ ਪੈਸਾ ਹੈ ਨਹੀਂ। ਇਹ ਤਾਂ ਉਹਨਾਂ ਨੇ ਕੋਈ ਸਰਕਾਰ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ, ਜਦੋਂ ਘਰ ਢਾਹੇ ਗਏ ਉਹਨਾਂ ਨੇ ਕਿਸੇ ਪੁਲਿਸ ਦਾ ਦਰਵਾਜ਼ਾ, ਸਰਕਾਰ ਦਾ ਦਰਵਾਜ਼ਾ ਕਿਸੇ ਤੱਕ ਪਹੁੰਚ ਨਹੀਂ ਕੀਤੀ। ਕਿਹੜੇ ਸੰਨ ਦੇ ਵਿੱਚ ਢਾਏ ਗਏ? ਤੁਸੀਂ 20 ਕੀ ਦੀ ਗੱਲ ਕਰਦੇ, ਉਦੋਂ ਢਾਏ ਗਏ? ਚੋਰਾਂ ਦੇ ਸਾਥੀ ਚੋਰ, ਗਰੀਬ ਬੰਦੇ ਵਿਚਾਰੇ ਕੌਣ ਸੁਣਦਾ? ਜੇ ਤੁਸੀਂ ਸੁਣਦੇ ਹੁੰਦੇ ਤਾਂ ਕੀ ਹਿੰਮਤ ਸੀ ਤੋੜਨ ਦੇ? ਉਹ ਤਾਂ ਸਿਰਫ ਦਿਖਾਵਾ ਕਰਨਾ ਵੀ ਇਹਨੂੰ ਤੋੜਦੇ ਨੇ, ਬੋਲਣਾ ਹੈ ਨਹੀਂ, ਇਹਦੀ ਸੁਣਵਾਈ ਕਿਧਰੇ ਹੋਣੀ ਨਹੀਂ। ਕਿਉਂਕਿ ਜਿਹੜੇ ਗਮਾਡਾ ਦੇ ਸੀ ਹੈ, ਗਮਾਡਾ ਦੇ ਏਸੀ ਹੈ, ਪੀਸੀਐਸ ਆ, ਆਈਐਸ ਹੈ, ਉਹ ਤਾਂ ਅਮਰੂਦ ਬਾਗ ਸਕੈਮ 'ਚ ਕਰੋੜਾਂ ਕਮਾ ਰਹੇ ਆ, ਉਹ ਕਿਉਂ ਸੁਣਨਗੇ ਉਹਦੀ? ਹਾਂ, ਪਰ ਇੱਕ ਕਿਸਾਨ ਜਥੇਬੰਦੀ ਹੈਗੀ ਹੈ, ਉਹਨੇ ਚਿੱਠੀ ਪੱਤਰ ਜ਼ਰੂਰ ਲਿਖਿਆ ਦਸੰਬਰ ਦੇ ਵਿੱਚ, ਉਹਨੇ ਮੀਡੀਆ 'ਚ ਵੀ ਗੱਲ ਦਿੱਤੀ, ਮੰਤਰੀ ਨੂੰ ਵੀ ਮਿਲਦੇ ਰਹੇ, ਉਹਨਾਂ ਨੇ ਵੀ ਸਪੈਸ਼ਲ ਜਿਹੜੀ ਸਰਕਾਰ ਨੂੰ ਚੱਕਿਆ ਹੋਇਆ ਇਸ ਸਮੇਂ ਸ਼ਿਕਾਇਤ ਕੀਤੀ ਹੋਈ ਹੈ। ਇੱਕ ਤਾਂ ਇਹ ਦੂਜਾ ਮਾਮਲਾ ਹੈਗਾ। ਤੀਜਾ ਮਾਮਲਾ ਇੱਕ ਹੋਰ ਮੇਰੇ ਧਿਆਨ 'ਚ ਆਇਆ, ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ 에ਅਰਪੋਰਟ ਤੋਂ ਕੁਝ ਕਿਲੋਮੀਟਰ ਦੂਰ ਇੱਕ ਪਿੰਡ ਹੈ ਕਿਸ਼ਨਪੁਰਾ। ਕਿਸ਼ਨਪੁਰਾ 'ਚ ਵੀ ਇੱਦਾਂ ਹੀ ਉਸਾਰੀਆਂ ਬਣੀਆਂ ਹੋਈਆਂ। ਇੱਕ ਘਰ ਬਣਿਆ ਹੋਇਆ 1962 ਦਾ, ਉਸ ਪਰਿਵਾਰ ਦਾ ਇੱਕ ਮੁੰਡਾ ਐਗਰੀਕਲਚਰ ਅਫਸਰ ਲੱਗ ਗਿਆ ਕਿਧਰੇ। ਜਦੋਂ ਐਗਰੀਕਲਚਰ ਅਫਸਰ ਲੱਗ ਗਿਆ, ਉਹਦੀ ਹੌਲੀ ਹੌਲੀ ਇੱਕ ਹੋਰ ਵੱਡੇ ਸੀਨੀਅਰ ਅਫਸਰ ਨਾਲ ਖੜਕ ਪਈ, ਤੇ ਸੀਨੀਅਰ ਅਫਸਰ ਨੂੰ ਪਤਾ ਸੀ ਇਹਦਾ ਪਿੰਡ 에ਅਰਪੋਰਟ ਦੇ ਨੇੜੇ ਆ, ਤੇ ਉਹਨੇ ਗਮਾਡਾ ਦੇ ਅਧਿਕਾਰੀ ਨਾਲ ਗੱਲਬਾਤ ਕੀਤੀ, ਨਾਲ ਥੋੜ੍ਹੇ ਬਹੁਤੇ ਪੈਸੇ ਪੂਸੇ ਦਿੱਤੇ, ਕਹਿੰਦਾ ਘਰ ਤੋੜਨਾ। ਹੁਣ ਉਹਦੇ ਜ਼ਮੀਨ ਮਾਲਕ, ਉਹ ਬੰਦਾ ਜ਼ਮੀਨ ਦਾ ਮਾਲਕ ਹੈ ਨਹੀਂ, ਉਹਦਾ ਨਾਮ ਹੈ ਨਹੀਂ, ਕੁਝ ਵੀ ਨਹੀਂ ਹੈਗਾ, ਤੇ ਉਹਨੇ ਨੋਟਿਸ ਕੱਢਤਾ। ਹੁਣ ਨੋਟਿਸ ਕੱਢਣ ਲਈ ਦੇਖਣਾ ਪੈਣਾ ਵੀ ਜਿਹਨੂੰ ਅਸੀਂ ਨੋਟਿਸ ਕੱਢਿਆ ਜ਼ਮੀਨ ਦਾ ਮਾਲਕ ਵੀ ਹੈ ਨਹੀਂ, ਤੇ ਜਾ ਕੇ ਗਮਾਡਾ ਵਾਲਿਆਂ ਨੇ ਉਹ ਸਿਰਫ ਉਹਦੇ ਤਾਏ ਅਤੇ ਚਾਚੇ ਦਾ ਘਰ ਤੋੜਿਆ। ਇਹ ਕਹਿ ਕੇ ਉਹ ਐਗਰੀਕਲਚਰ ਅਫਸਰ ਦਾ, ਉਹਦੇ ਸੱਜੇ ਪਾਸੇ ਖੱਬੇ ਪਾਸੇ ਆਮੋ ਸਾਹਮਣੇ ਪਿੱਛੇ ਕੋਈ ਘਰ ਨਹੀਂ ਤੋੜਿਆ, ਸਿਰਫ ਉਹਦਾ ਤੋੜਿਆ। ਇਹ ਤੋਂ ਪਤਾ ਕੀ ਲੱਗਦਾ ਕਿ ਜਦੋਂ ਜੇ ਗਮਾਡਾ ਅਧਿਕਾਰੀ ਚਾਹੁੰਦੇ ਆ ਕਿ ਪੈਰੀਫਾਈ ਐਕਟ ਲਾਗੂ ਹੈਗਾ ਇੱਥੇ ਚੰਡੀਗੜ੍ਹ ਤੱਕ, ਅਸੀਂ ਕੋਈ ਸਾਰੀ ਨਹੀਂ ਹੋਣ ਦੇਣੀ, ਜਿੰਨੀਆਂ ਕਲੋਨੀਆਂ ਬਣੀਆਂ ਨਜਾਇਜ਼ ਖੁੰਭਾਂ ਦੀ ਤਰ੍ਹਾਂ, ਉਹ ਗਮਾਡਾ ਅਧਿਕਾਰੀਆਂ ਨੇ ਰਿਸ਼ਵਤ ਲੈ ਕੇ ਬਣਾਈਆਂ। ਜੇ ਉਹ ਜ਼ਿੰਮੇਵਾਰ ਹੈਗੇ ਆ, ਉਹ ਸਾਰੀਆਂ ਤਾਂ ਹੋਈਆਂ ਜਿਹਨੇ ਪੈਸੇ ਖਾਦੇ ਆ। ਮੈਨੂੰ ਲੱਗਦਾ ਕਿ ਜਿੱਦਾਂ ਸਾਬਕਾ ਸਰਕਾਰਾਂ ਰਹੀਆਂ, ਉਹਨਾਂ ਦੇ ਵਿੱਚ ਤਾਂ ਰੱਜ ਕੇ ਫਿਰ ਮੰਨ ਲਈ ਕਿ ਭ੍ਰਿਸ਼ਟਾਚਾਰ ਹੋਇਆ, ਉਹਨਾਂ ਦੀ ਸ਼ਾਇਦ ਤੋਂ ਬਿਨਾਂ ਤਾਂ ਹੋ ਨਹੀਂ ਸਕਦਾ। ਬਿਲਕੁਲ ਨਹੀਂ। ਮੈਂ ਫਿਰ ਮੇਰੇ ਕਈ ਵਾਰੀ ਬਲਵੀਰ ਸਿੱਧੂ ਦਾ ਨਾਮ ਆ ਜਾਂਦਾ। ਮੇਰੇ ਪਿੰਡ ਕਲੋਨੀਆਂ ਬਣੀਆਂ, ਮੇਰੇ ਪਿੰਡ ਦਾ ਧੱਕੇ ਨਾਲ ਕਨੈਕਸ਼ਨ ਬਲਵੀਰ ਸਿੱਧੂ ਨੇ ਕੋਲ ਖੜ ਕੇ ਜੜਵਾਇਆ, ਤੇ ਡੀਡੀਪੀ ਨੂੰ ਦਬ ਕੇ ਮਾਰ ਕੇ ਤੇ ਐਕਸ਼ਨ ਦੇ ਨਾਲ ਹੋ ਕੇ ਐਤਵਾਰ ਦੀ ਗੱਲ ਹੈ ਜੜਵਾਇਆ ਨਜਾਇਜ਼ ਕਲੋਨੀ ਨੂੰ, ਕਿਉਂਕਿ ਵੋਟਾਂ ਲੈਣੀਆਂ, ਉਹਨਾਂ ਦੇ ਬਾਅਦ 'ਚ ਵੋਟਾਂ ਬਣਾਉਣੀਆਂ, ਉੱਥੇ ਵੋਟਾਂ 'ਚ ਫਿਰ ਆਪਣੇ ਬੰਦੇ ਖੜੇ ਕਰਨੇ ਆ, ਫਿਰ ਉਹਨੂੰ ਵੋਟਾਂ ਨੂੰ 15-15 ਹਜ਼ਾਰ ਰੁਪਏ ਦੇਣਾ ਵੀ ਹੈ। ਇਹ ਵੋਟ ਬੈਂਕ ਨੂੰ ਖੁਸ਼ ਕਰਨ ਵਾਸਤੇ, ਡੀਲਰਾਂ ਨੂੰ ਖੁਸ਼ ਕਰਨ ਵਾਸਤੇ, ਜਿਹੜੇ ਜ਼ਮੀਨਾਂ ਵੇਚਦੇ ਆ ਉਹਨਾਂ ਨੂੰ ਖੁਸ਼ ਕਰਨ ਵਾਸਤੇ ਇਹ ਨਜਾਇਜ਼ ਕਲੋਨੀਆਂ ਉਸਾਰੀ ਜਾਂਦੇ। ਉਦੋਂ ਗਮਾਡਾ ਵਾਲੇ ਸੁੱਤੇ ਪਏ ਸੀ। ਹਾਂ, ਕਦੇ ਜਦੋਂ ਕਦੇ ਹਾਈ ਕੋਰਟ ਦਾ ਡੰਡਾ ਆ ਗਿਆ, ਕਦੇ ਸਰਕਾਰ ਦਾ ਡੰਡਾ ਆ ਗਿਆ, ਕਦੇ ਉਹਨੂੰ ਲੱਗਦਾ ਯਾਰ ਬਚਣਾ ਮੈਂ ਕਿਸੇ ਤੋਂ, ਉਹ ਇੱਕ ਡਰਾਈਵ ਚਲਾਉਂਦੇ ਗਏ ਸੀ, ਇਸ ਪਿੰਡ 'ਚ ਨਜਾਇਜ਼ ਉਸਾਰੀ ਤੋੜਨ ਚੱਲੇ ਆ। ਉਦੋਂ ਤੋੜਦੇ ਕਿਹਦੇ ਆ? ਜੇ 10 ਸਿਲੈਕਟ ਕੀਤੇ 8 ਕੋਲ ਪੈਸੇ ਲੈ ਲੈਂਦੇ ਆ, ਜਿਹੜੇ 2 ਗਰੀਬ ਜਿਹੇ ਆ, ਕਮਜ਼ੋਰ ਜਿਹੇ ਪੋਲੀਟੀਕਲੀ, ਉਹਦਾ ਘਰ ਤੋੜ ਦਿੰਦੇ ਆ। ਬੜੀ ਹੈਰਾਨੀ ਦੀ ਗੱਲ ਇਹ ਵੀ ਹੈ ਕਿ ਆ ਜਿਹੜੀਆਂ ਨਜਾਇਜ਼ ਉਸਾਰੀਆਂ ਹੋਈਆਂ, ਇਸੇ ਕਰਕੇ ਹੜ੍ਹਾਂ ਨੇ ਜ਼ਿਆਦਾ ਮਾਰ ਕੀਤੀ, ਕਿਉਂਕਿ ਰਾਹ ਹੀ ਬੰਦ ਕੀਤੇ ਹੋਏ ਆ। ਬਿਲਕੁਲ ਕੀਤੀ ਆ। ਹੁਣ ਮੈਂ ਦੱਸ ਕੇ ਹਟਿਆ, ਜਿਹੜੀ ਮੋਹਾਲੀ ਦਾ 6 ਫੇਜ਼ ਦਾ ਬੱਸ ਸਟੈਂਡ ਹੈ, ਉਹਦੇ ਨੇੜੇ ATS ਕੰਪਨੀ ਦੇ ਫਲੈਟ ਹੈ, 25-30 ਮੰਜ਼ਲੇ ਮੇਰੇ ਖਿਆਲ, ਉਹ ਚੱਲਦੀ ਹੋਈ ਨਦੀ ਦੇ ਵਿੱਚ ਬਣੇ ਹੋਏ ਆ। ਹਾਂ, ਵੱਡੀ ਨਦੀ ਪਟਿਆਲਾ ਕੀ ਰਾਓ ਨਦੀ ਕਹਿੰਦੇ ਆ। ਮੈਂ ਬਚਪਨ 'ਚ ਉੱਥੇ ਮੱਝਾਂ ਚਾਰਦਾ ਰਿਹਾ, ਤੇ ਜਦੋਂ ਬਰਸਾਤਾਂ ਆਉਂਦੀ ਸੀ 10 ਫੁੱਟ ਤੋਂ ਉੱਪਰ ਪਾਣੀ ਮੈਂ ਦੇਖਿਆ, ਤੇ ਕਈ ਵਾਰੀ ਸੜਕ ਦੇ ਉੱਤੇ ਕ੍ਰਾਸ ਕਰ ਦਿੰਦਾ ਸੀ। ਜਿਹੜੀ ਹੁਣ ਨੈਸ਼ਨਲ ਹਾਈਵੇ ਅਥਾਰਟੀ ਨੇ ਦੂਜਾ ਪੁਲ ਬਣਾਇਆ, ਉਸੇ ਪਾਣੀ ਦੇ ਬਾਹਰ ਰੱਖ ਕੇ ਬਣਾਇਆ। ਫਿਰ ਉੱਤੇ ਤੁਸੀਂ 25 ਮੰਜ਼ਲੀ ਜਾਂ 23 ਮੰਜ਼ਲੀ ਬਿਲਡਿੰਗ ਕਿਵੇਂ ਖੜੀ ਕਰ ਦੋਗੇ? ਜਿਹੜੀ ਗਊਸ਼ਾਲਾ ਬਲਵੀਰ ਸਿੱਧੂ ਦੀ ਬੜੇ ਰੌਲਾ ਪਿਆ ਸੀ, ਉਹ ਵੀ ਉਸ ਨਦੀ 'ਚ ਕਿਵੇਂ ਬਣ ਗਈ? ਜਦੋਂ ਅਫਸਰ ਨਿਕੰਮੇ ਹੈ, ਅਫਸਰ ਪਾਸ ਕਰ ਦਿੰਦੇ ਆ ਪੈਸੇ ਲੈ ਕੇ। ਜਦੋਂ ਹੁਣ ਮੈਂ ਪਟਿਆਲਾ ਕੀ ਰਾਓ ਨਦੀ ਦੀ ਗੱਲ ਕਰਦਾ, 6 ਫੇਜ਼ ਦੀ ਮੋਹਾਲੀ ਦੀ ਬਲੌਂਗੀ ਪਿੰਡ ਦੀ, ਤੇ ਇਹ ਨਦੀ ਜੈਂਤੀ ਮਾਜਰੇ ਸ਼ੁਰੂ ਹੁੰਦੀ ਹੈ। ਜੈਂਤੀ ਮਾਜਰੇ ਨਦੀ ਆਉਂਦੀ ਪੂਰੇ ਨਵੇਂ ਚੰਡੀਗੜ੍ਹ 'ਚੋਂ। ਜੇ ਬਲੌਂਗੀ 'ਚ 23 ਏਕੜ ਬਣੀ ਹੈ, 23 ਮੰਜ਼ਲੀ ਬਣੀ ਹੈ ATS ਦੇ ਫਲੈਟ, ਤਾਂ ਉਹਦੇ ਪਿੱਛੇ ਦਰਜਨਾਂ ਹੀ ਕਲੋਨੀਆਂ। ਤੇ ਉਹ ਜਿਹੜੇ 10-12 ਫੁੱਟ ਪਾਣੀ ਆਉਂਦਾ ਸੀ ਬਰਸਾਤ ਦਾ, ਉਹ ਪਾਣੀ ਹੁਣ ਕਿੱਥੇ ਗਿਆ? ਉਹ ਖਰੜ 'ਚ ਗਿਆ। ਉਹ ਲੋਕਾਂ ਦੇ ਸੜਕਾਂ ਤੋੜੀਆਂ, ਲੋਕਾਂ ਦੇ ਘਰ ਤੋੜੇ ਆ। ਤੁਸੀਂ ਵੀਡੀਓ ਦੇਖੀਏ, ਖਰੜ ਦੇ ਵਿੱਚ ਇੱਕ ਬੰਦੇ ਦਾ ਬਰਸਾਤ 'ਚ ਘਰ ਡਿੱਗਿਆ ਤੇ ਕੋਠੀ ਹੜ ਗਈ ਤੇ ਲੱਖਾਂ ਰੁਪਏ ਦੀ। ਇਹ ਇਸੇ ਲਈ ਜ਼ਿੰਮੇਵਾਰ ਹੈ। ਵੈਸੇ ਅਖੀਰ ਤੇ ਹੁਣ ਸਰਕਾਰ ਤੱਕ ਤੁਸੀਂ ਕਿਸ ਤਰੀਕੇ ਨਾਲ ਆਵਾਜ਼ ਪਹੁੰਚਾ ਰਹੇ ਹੋ? ਤੁਸੀਂ ਇਹ ਵੀ ਤਾਂ ਦੱਸਿਆ ਕਿ ਈਮੇਲ ਨਾਲ ਕਰ ਰਹੇ ਹੋ, ਸਾਰਾ ਕੁਝ ਕਰ ਰਹੇ ਹੋ, ਪਰ ਕੋਈ ਸਖਤ ਕਦਮ ਚੁੱਕਣ ਦੀ ਕੋਸ਼ਿਸ਼ ਹੈ? ਜਿੰਨੇ ਵੀ, ਕਿਉਂਕਿ ਪਰਿਵਾਰ ਨੇ, ਮੈਨੂੰ ਲੱਗਦਾ ਵੱਡੀ ਗਿਣਤੀ ਪਰਿਵਾਰਾਂ ਦੀ ਹੋ ਗਈ ਹੋਣੀ ਹੈ ਜਿਹੜੇ ਇਸ ਦਿੱਕਤ ਦੇ ਵਿੱਚੋਂ ਲੰਘ ਰਹੇ ਆ, ਠੱਗੀ ਦਾ ਸ਼ਿਕਾਰ ਹੋਏ ਨੇ, ਉਹਨਾਂ ਦੀ ਆਵਾਜ਼ ਕਿਸ ਤਰੀਕੇ ਨਾਲ ਸਰਕਾਰ ਤੱਕ ਪਹੁੰਚਾ ਰਹੇ? ਦੇਖੋ, ਆਵਾਜ਼ ਦੇਖੋ, ਸਰਕਾਰਾਂ ਨੂੰ ਸ਼ਿਕਾਇਤਾਂ ਅਸੀਂ ਕਰ ਦਿੱਤੀਆਂ। ਹੁਣ ਲੱਗਿਆ ਵੀ ਚਲੋ ਹਲੂਣਾ ਦੇਣ ਵਾਸਤੇ ਅਸੀਂ ਮੀਡੀਆ 'ਚ ਗੱਲ ਲੈ ਕੇ ਜਾਈਏ, ਤਾਂ ਅਸੀਂ ਥੋੜਾ ਸਾਰਾ ਲੈ ਰਹੇ ਕਿ ਮੀਡੀਆ ਵੀ ਆਪਣੀ ਗੱਲ ਸਰਕਾਰ ਤੱਕ ਪਹੁੰਚਾਏ। ਹੁਣ ਗੱਲ ਬਾਹਰ ਤਾਂ ਹੁਣ ਛੁਪੀ ਤਾਂ ਰਹਿ ਨਹੀਂ ਸਕਦੀ, ਅਸੀਂ ਲਗਾਤਾਰ ਪੈਰਵੀ ਕਰਾਂਗੇ। ਤੇ ਉਮੀਦ ਮੈਨੂੰ ਬੜੀ ਹੈ ਸਰਕਾਰ ਤੋਂ, ਕਿਉਂਕਿ ਅਮਰੂਦ ਬਾਗ ਸਕੈਮ 'ਚ ਸਰਕਾਰ ਨੇ ਬੜਾ ਪੋਜ਼ਿਟਿਵ ਕੰਮ ਕੀਤਾ। 90% ਅਸਰ ਜਿਹੜਾ ਹੋਇਆ ਹੈ, ਲੋਕ ਜੇਲ੍ਹ 'ਚ ਬੈਠੇ ਆ, ਮੁਆਵਜ਼ੇ ਵੀ ਵਾਪਸ ਹੋਏ ਆ ਸਰਕਾਰੀ ਖਜ਼ਾਨੇ 'ਚ। ਇਸ ਕਰਕੇ ਮੈਂ ਬੜਾ ਪੋਜ਼ਿਟਿਵ ਹੋ ਸਕਦਾ ਭਗਵੰਤ ਮਾਨ ਇੱਧਰ ਵੀ ਕਰ। ਇੱਦਾਂ ਦੇ ਮੌਕੇ ਤੇ ਇਹ ਵੀ ਹੁੰਦਾ ਨਾ ਕਿ ਜਿਨ੍ਹਾਂ ਤੇ ਕਾਰਵਾਈ ਹੋਣੀ ਹੈ ਉਹ ਫਿਰ ਪਹੁੰਚ ਵੀ ਕਰਦੇ ਹੁੰਦੇ, ਤੁਹਾਡੇ ਤੱਕ ਪਹੁੰਚ ਵੀ ਕਰ ਰਹੇ ਹੋਣੇ ਆ ਵੀ ਬਹਿ ਜਾਓ, ਚੁੱਪ ਕਰ ਲਓ, ਪੈਸੇ ਲੈ ਲਓ, ਸਾਰਾ ਕੁਝ ਚੱਲ ਰਿਹਾ ਹੋਣਾ। ਦੇਖੋ, ਨਵੇਂ ਬੰਦੇ ਨਾਲ ਪਹੁੰਚ ਕਰਦੇ ਹੁੰਦੇ, ਜਿਹਨੇ ਕਰਨੀ ਸੀ ਪਹੁੰਚ ਕਰ ਲਈ ਪਹਿਲੇ।
ਜਦੋਂ ਬੰਦਾ ਇੱਕ ਵਾਰੀ ਨਹੀਂ ਵਿਕਿਆ, 2 ਵਾਰੀ ਨਹੀਂ ਵਿਕਿਆ, 50 ਵਾਰ ਨਹੀਂ ਵਿਕਿਆ, ਫਿਰ ਉਹਨੂੰ ਪਤਾ ਹੁੰਦਾ ਯਾਰ ਇਹ ਬੇਵਕੂਫ ਬੰਦਾ ਬੜਬੋਲਾ ਹੈਗਾ, ਇਹਦੇ ਕੋਲ ਜਾ ਕੇ ਕਰਨਾ ਕੀ ਹੈ। ਉਹਨਾਂ ਨੇ ਸਾਰੀਆਂ ਕੋਸ਼ਿਸ਼ਾਂ ਕਰ ਲਈਆਂ। ਜੇ ਉਹ ਕੋਸ਼ਿਸ਼ ਵਿੱਚ ਸਫਲ ਹੋ ਜਾਂਦੇ ਤਾਂ ਅਮਰੂਦ ਬਾਗ ਸਕੈਮ 'ਚ ਜੇਲ੍ਹ 'ਚ ਨਾ ਹੁੰਦੇ। ਉਹਨੇ ਕਰ ਲਈਆਂ ਪਹਿਲੇ ਕੋਸ਼ਿਸ਼ਾਂ ਆਪਾਂ ਨੂੰ ਜੀ। ਸਨ ਸਤਨਾਮ ਦਾਊ ਬੜੇ ਬੇਬਾਕ ਢੰਗ ਦੇ ਨਾਲ ਇਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਨਾਲ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਵੱਡੇ ਪੱਧਰ ਤੇ ਹੇਰਾਫੇਰੀ ਹੁੰਦੀ ਰਹੀ ਹੈ ਤੇ ਨਾਲ ਦੀ ਨਾਲ ਜਾਤ ਪਾਤ ਨੂੰ ਆਧਾਰ ਬਣਾ ਕੇ ਵੀ ਲੋਕਾਂ ਦੇ ਨਾਲ ਧੱਕਾ ਹੁੰਦਾ ਰਿਹਾ। ਬੜੀ ਚਿੰਤਾ ਦੀ ਗੱਲ ਹੈ ਕਿ ਜਿਹੜੇ ਗਰੀਬ ਲੋਕ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਆਪਣਾ ਸ਼ਿਕਾਰ ਬਣਾਇਆ ਜਾਂਦਾ ਜ਼ਿਆਦਾ ਤੋਂ ਜ਼ਿਆਦਾ ਪੈਸੇ ਇਕੱਠੇ ਕਰਨ ਦੇ ਲਈ। ਤੇ ਹੁਣ ਸਿੱਧੇ ਤੌਰ ਤੇ ਇਹ ਜਥੇਬੰਦੀ ਜਿਹੜੀ ਹੈ ਇਹਨਾਂ ਦੀ ਲਗਾਤਾਰ ਕਿਉਂਕਿ ਕਰਪਸ਼ਨ ਦੇ ਖਿਲਾਫ ਆਪਣੀ ਕਾਰਵਾਈ ਕਰ ਰਹੀ ਹੈ ਤੇ ਇਹਨਾਂ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੌਜੂਦਾ ਸਰਕਾਰ ਨੇ ਸਾਫ਼ ਤੌਰ ਤੇ ਕਿਹਾ ਸੀ ਕਿ ਕਰਪਸ਼ਨ ਦੇ ਖਿਲਾਫ ਅਸੀਂ ਕੁਝ ਵੀ ਬਰਦਾਸ਼ਤ ਨਹੀਂ ਕਰਾਂਗੇ ਤੇ ਉਮੀਦ ਕਰ ਰਹੇ ਨੇ ਕਿ ਜਿੱਦਾਂ ਪਿਛਲੇ ਅਮਰੂਦ ਬਾਗ ਸਕੈਮ ਦੇ ਵਿੱਚ ਕਾਰਵਾਈ ਹੋਈ ਹੈ ਉਸੇ ਤਰੀਕੇ ਨਾਲ ਇਹਨਾਂ 3 ਮਾਮਲਿਆਂ ਦੇ ਵਿੱਚ ਵੀ ਕਾਰਵਾਈ ਹੋਊਗੀ ਤੇ ਜਿਹੜੇ ਪੀੜਤ ਨੇ ਉਹਨਾਂ ਨੂੰ ਇਨਸਾਫ ਮਿਲੂਗਾ ਤੇ ਦੋਸ਼ੀ ਜਿਹੜੇ ਨੇ ਉਹ ਸਲਾਖਾਂ ਪਿੱਛੇ ਹੋਣਗੇ। ਫਿਲਹਾਲ ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਆਪਣੇ ਕਮੈਂਟ ਆਪਣੀਆਂ ਟਿੱਪਣੀਆਂ ਜ਼ਰੂਰ ਸਾਂਝੇ ਕਰੋ। ਸਹਿਯੋਗੀ ਪ੍ਰਦੀਪ ਦੇ ਨਾਲ ਹਰਦੀਪ ਸਿੰਘ ਭੋਗਲ, ਨਿਊਜ਼ ਓਨਲੀ, ਚੰਡੀਗੜ੍ਹ।